ਜ਼ਿਲ੍ਹਾ ਸਿਆਲਕੋਟ, ਅੱਜ ਕੱਲ੍ਹ ਪਾਕਿਸਤਾਨ, ਪਿੰਡ ਫਤਿਹਵਾਲੀ। ਬਾਪ ਦਾ ਨਾਂ ਹੀਰਾ ਨੰਦ, ਮਾਂ ਦਾ ਨਾਂ ਨਿਹਾਲ ਦੇਈ ਤੇ ਪੁੱਤ ਦਾ ਨਾਮ ਰੱਖਿਆ ਨੱਥੂ ਰਾਮ। ਹਿੰਦੂ ਪਰਿਵਾਰ ਹੈ, ਹਿੰਦੂ ਘਰਾਣੇ 'ਚ ਜਨਮ ਲਿਆ। ਤੇ ਤੁਸੀਂ ਹੈਰਾਨ ਹੋਵੋਗੇ ਵੀ ਜਦੋਂ ਤੁਸੀਂ ਇਹ ਜੀਵਨ ਪੜ੍ਹੋਗੇ। ਮੈਂ ਨਾਲ ਨਾਲ ਥੋੜ੍ਹਾ ਜਿਹਾ ਇਹਦਾ ਅਵਚੇਤਨ ਮਨ ਨਾਲ ਆਪਾਂ ਸੋਚੀਏ, ਤੁਲਨਾ ਦਿੰਦੇ ਜਾਈਏ। ਅਸਲ 'ਚ ਜਿਨ੍ਹਾਂ ਬੰਦਿਆਂ ਨੂੰ ਸਿੱਖੀ ਜਾਂ ਸਿੱਖੀ ਕਿਰਦਾਰ ਜਾਂ ਸਿੱਖੀ ਸਮਝ ਪੀੜ੍ਹੀ ਦਰ ਪੀੜ੍ਹੀ ਮਿਲ ਗਈ ਨਾ, ਉਹ ਬੰਦੇ ਸਮਝ ਨਹੀਂ ਸਕੇ, ਉਹ ਜਾਣ ਨਹੀਂ ਸਕੇ। ਉਹਨਾਂ ਨੂੰ ਐਂ ਲੱਗਦਾ ਵੀ ਹੱਥਾਂ 'ਚ ਕੜੇ ਪਾ ਲਏ, ਕਿੰਨੀਆਂ ਕੁ ਵੱਡੀਆਂ ਗੱਲਾਂ ਕਿਤੇ, ਵੀ ਸਾਡਾ ਜਨਮ ਸਿੱਧ ਅਧਿਕਾਰ ਹੀ ਹੈ ਵੀ ਗੁਟਕਾ ਸਾਹਿਬ ਆ ਗਿਆ ਸਾਡੇ ਕੋਲੇ, ਗੁਰਦੁਆਰਾ ਸਾਹਿਬ ਮਿਲ ਗਏ, ਸੰਗਤ ਪੰਗਤ ਗੁਰੂ ਨਾਨਕ ਦੇ ਸਿਧਾਂਤ ਮਿਲ ਗਏ, ਇਸ ਕਰਕੇ ਅਸੀਂ ਬਹੁਤੀ ਕਦਰ ਨਹੀਂ ਕਰਦੇ। ਪਰ ਜਿਹੜੇ ਬੰਦਿਆਂ ਨੇ ਨਿਰਪੱਖ ਹੋ ਕੇ ਸੋਚਿਆ, ਸਮਝਿਆ, ਜਾਣਿਆ ਗੁਰੂ ਦੀ ਬਾਣੀ ਨੂੰ, ਉਹਨਾਂ ਨੇ ਆਪਣਾ ਆਪ ਵਾਰਤਾ ਗੁਰੂ ਤੋਂ। ਸਾਨੂੰ ਸੌਖਾ, ਸਸਤਾ ਤੇ ਸਿੱਧਾ ਮਿਲ ਗਿਆ। ਇਸ ਕਰਕੇ ਨਾ ਅਸੀਂ ਗੁਰੂ ਦੀ ਬਾਣੀ ਨੂੰ ਸਮਝਿਆ, ਨਾ ਵਿਚਾਰਿਆ, ਨਾ ਮੰਨਿਆ। ਨੱਥੂ ਰਾਮ, ਨੱਥੂ ਨਾਮ ਕਿਉਂ ਰੱਖਿਆ? ਹੀਰਾ ਨੰਦ ਦੇ ਘਰ ਜਿਹੜਾ ਪੁੱਤ ਪੈਦਾ ਹੁੰਦਾ ਸੀ ਉਹੀ ਮਰ ਜਾਂਦਾ ਸੀ, ਜਿਹੜੀ ਧੀ ਪੈਦਾ ਹੋਣੀ ਉਹੀ ਮਰ ਜਾਣੀ। ਤੇ ਉਸ ਵੇਲੇ ਕਿਸੇ ਸਿਆਣੇ ਪੁਰਸ਼ ਨੇ ਆਖਿਆ ਵੀ ਇਹਦੇ ਨੱਕ 'ਚ ਨੱਥ ਪਾ ਦਿਓ। ਹੋਏਗਾ ਰਿਵਾਜ ਉਸ ਵੇਲੇ ਦਾ ਵੀ ਇਹ ਜਿਉਂਦਾ ਰਹੇਗਾ। ਨੱਕ 'ਚ ਨੱਥ ਪਾ ਦਿੱਤੀ, ਉੱਥੋਂ ਹੀ ਨਾਮ ਨੱਥੂ ਰੱਖ ਦਿੱਤਾ। ਬਾਕੀ ਭੈਣ ਭਰਾ, ਭੈਣਾਂ ਛੋਟੀਆਂ ਸਨ। ਇਹ ਤੋਂ ਬਾਅਦ 'ਚ ਵੀ ਇੱਕ ਭਰਾ ਪੈਦਾ ਹੋਇਆ, ਵੱਡੇ ਇਹੀ ਸਨ ਸਭ ਤੋਂ ਵੱਡਾ ਘਰ 'ਚ। ਕੁਝ ਸਮਾਂ ਗੁਜ਼ਰਿਆ, ਜੇ 10ਵੀਂ ਕਲਾਸ ਵੀ ਪਾਸ ਨਹੀਂ ਕੀਤੀ ਜਦੋਂ ਸਿਰ ਤੋਂ ਬਾਪ ਦਾ ਸਾਇਆ ਚਲਿਆ ਗਿਆ। ਹਰ ਸਾਲ ਸਕੂਲ 'ਚੋਂ ਫਸਟ ਆਉਣਾ। 1905-6 ਈਸਵੀ ਦੇ ਵਿੱਚ ਤੁਸੀਂ ਹਿਸਾਬ ਲਾਓ ਵੀ 5ਵੀਂ 6ਵੀਂ ਜਮਾਤ 'ਚੋਂ ਫਸਟ ਆਉਣਾ, ਔਰ ਉਹਨਾਂ ਵੇਲਿਆਂ ਦੇ ਅੰਦਰ ਅੰਤਾਂ ਦੀ ਗਰੀਬੀ 'ਚ 10 ਜਮਾਤਾਂ ਪਾਸ ਕਰਨੀਆਂ। ਤੁਸੀਂ ਇਤਿਹਾਸ ਪੜ੍ਹੋਗੇ ਨਾ। 10ਵੀਂ ਕਲਾਸ ਦੇ ਪੇਪਰ ਆਪਣੀ ਦਾਦੀ ਦੀ ਭੈਣ ਸੀ, ਉਹਦੇ ਦੋਹਤਰੇ ਤੋਂ ਫੀਸ ਮੰਗਵਾ ਕੇ ਦਮੜਾ ਇਕੱਠਾ ਕਰਕੇ ਤਾਰੀ ਤੇ ਫੇਰ ਕਲਾਸ ਪੂਰੀ ਕੀਤੀ। ਇੱਕ ਗਰੀਬੀ ਹੋਵੇ, ਇੱਕ ਸਿਰ ਤੇ ਬਾਪ ਦਾ ਸਾਇਆ ਨਾ ਹੋਵੇ, ਤੇ ਘਰ ਦੀ ਜ਼ਿੰਮੇਵਾਰੀ ਸਾਰੀ ਨੱਥੂ ਰਾਮ ਦੇ ਮੋਢਿਆਂ ਤੇ ਹੋਵੇ। ਬਹੁਤੇ ਬੰਦੇ ਪੜ੍ਹਾਈਆਂ ਲਿਖਾਈਆਂ ਤੋਂ ਇਸੇ ਕਰਕੇ ਵਾਂਝੇ ਰਹਿ ਗਏ। ਲਗਨ ਵੀ ਸੀ, ਪੜ੍ਹਾਈ ਸਮਝ 'ਚ ਵੀ ਆਉਂਦੀ ਸੀ, ਲੇਕਿਨ ਸਮੇਂ ਹਾਲਾਤਾਂ ਨੇ ਸਾਥ ਨਹੀਂ ਦਿੱਤਾ। ਛੋਟੇ ਭੈਣ ਭਰਾਵਾਂ ਨੂੰ ਪੜ੍ਹਾਉਂਦੇ ਆਪ ਕੰਮਾਂ ਕਾਰਾਂ ਤੇ ਪਹਿਲੀ ਉਮਰੇ ਲੱਗ ਗਏ ਵੀ ਨਿਆਣੇ ਪੜ੍ਹ ਜਾਣ, ਬੱਚੇ ਪੜ੍ਹ ਜਾਣ। ਜੇ ਅਸੀਂ ਪੜ੍ਹਾਈਆਂ ਵਾਲੇ ਪਾਸੇ ਤੁਰ ਪਏ ਤੇ ਪਿਛਲਿਆਂ ਦਾ ਭਵਿੱਖ ਨਹੀਂ ਰਹਿਣਾ ਕੁਛ। ਇਹੀ ਚਾਅ ਇਹਦੇ ਮਨ 'ਚ ਸੀ। 10ਵੀਂ ਜਮਾਤ ਕਰਕੇ, ਪੈਸੇ ਇਕੱਠੇ ਕਰਕੇ, ਗਰੀਬੀ ਹੰਢਾ ਕੇ ਮਾਂ ਨੇ ਆਖਿਆ, ਪੁੱਤ ਤੈਨੂੰ ਡਾਕਖਾਨੇ ਜਾ ਕੇ ਨੌਕਰੀ ਕਰ ਲਾ, ਇੰਟਰਵਿਊ ਦੇਣ ਜਾਣਾ, ਜੇਬ 'ਚ ਦਮੜਾ ਨਹੀਂ। ਘਰ 'ਚ ਨੌਕਰ ਰਾਣੀ ਕੰਮ ਕਰਦੀ, ਕੂੜਾ ਕਰਕਟ ਚੱਕਦੀ ਹੈ, ਮਾਂ ਬਿਮਾਰ ਹੈ। ਸਾਰਿਆਂ ਅੱਗੇ ਹੱਥ ਅੱਡ ਕੇ ਦੇਖ ਲਿਆ, ਕਿਸੇ ਨੇ ਬਾਂਹ ਨਹੀਂ ਫੜੀ। ਇਹ ਸਮਾਜ ਦੀ ਫਿਤਰਤ ਹੈ। ਸਾਨੂੰ ਲੱਗਦਾ ਕਿਸੇ ਇੱਕ ਅੱਧੇ ਪਰਸਨ ਨਾਲ ਆਏ ਹੋਇਆ ਹੋਏਗਾ ਵੀ ਲੋੜਾਂ ਵੇਲੇ ਕੋਈ ਤੁਹਾਡਾ ਸਹਿਯੋਗੀ ਨਹੀਂ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਵੀ ਬਾਣੀ ਅੰਦਰ ਬੜੀ ਵਾਰ ਸਾਨੂੰ ਸਮਝਾਇਆ ਵੀ ਖੁਸ਼ੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ, ਦੁੱਖ ਸਾਰਿਆਂ ਦੇ ਸਾਂਝੇ ਨਹੀਂ ਹੁੰਦੇ, ਉਹ ਇਕੱਲੇ ਹੀ ਹੁੰਦੇ ਬੰਦੇ ਦੇ। ਅਮੀਰੀਆਂ ਸਾਂਝੀਆਂ ਹੁੰਦੀਆਂ, ਗਰੀਬੀਆਂ ਕਦੇ ਸਾਂਝੀਆਂ ਨਹੀਂ ਹੁੰਦੀਆਂ। ਤੁਸੀਂ ਸ਼ਰਾਬ ਦੀ ਬੋਤਲ ਵਿਹੜੇ 'ਚ ਲਿਜਾ ਕੇ ਰੱਖ ਦਿਓ, ਦੁਨੀਆ ਭਰ ਦੇ ਫਰੂਟ ਕੱਟ ਲਓ, ਦੇਖੋ ਫਿਰ ਕਿਵੇਂ ਕਾਵਾਂ ਦੀਆਂ ਡਾਰਾਂ ਵਾਂਗੂ ਰਿਸ਼ਤੇਦਾਰ, ਭੈਣ ਭਰਾ ਸਾਰੀ ਰਾਤ ਤੁਹਾਡੇ ਵਿਹੜੇ 'ਚ ਧਮੱਚੜ ਪਾਉਂਦੇ ਤੇ ਤੁਹਾਨੂੰ ਹਰ ਵੇਲੇ ਖਿਤਾਬ ਦਿੰਦੇ ਵੀ ਤੁਸੀਂ ਸਿਆਣੇ ਹੋ, ਤੁਸੀਂ ਚੰਗੇ ਹੋ, ਤੁਸੀਂ ਬੜੇ ਲਾਇਕ ਹੋ। ਪਰ ਜਦੋਂ ਭੜੋਲੀ 'ਚ ਦਾਣੇ ਨਾ ਹੋਣ, ਜੇਬ 'ਚ ਦਮੜਾ ਨਾ ਹੋਵੇ, ਉਦੋਂ ਤੁਹਾਡੀ ਗਮੀ ਤੇ ਤਾਂ ਕਿਸੇ ਨੇ ਕੀ ਆਉਣਾ, ਤੁਹਾਡੀ ਖੁਸ਼ੀ ਤੇ ਵੀ ਨਹੀਂ ਆਉਣਾ ਕਿਸੇ ਨੇ। ਤੁਹਾਡੀ ਗਮੀ ਤੇ ਤਾਂ ਆਉਣਾ ਹੀ ਕੀ ਹੈ, ਤੁਹਾਡੀ ਖੁਸ਼ੀ ਤੇ ਵੀ ਨਹੀਂ ਆਉਣਾ। ਜਿੱਥੇ ਬੰਦਾ ਉਵੇਂ ਹੀ ਚਲਿਆ ਜਾਂਦਾ ਵੀ ਚਲੋ ਖੁਸ਼ੀ ਆ, ਆਪਾਂ ਖਾ ਪੀ ਆਉਂਦੇ ਮੌਜ, ਉੱਥੇ ਵੀ ਕਿਸੇ ਨੇ ਟਾਈਮ ਨਾਲ ਨਹੀਂ ਬੌੜਨਾ। ਇਹ ਫਿਤਰਤ ਦੁਨੀਆ ਦੀ ਹੈ। ਤਾਂ ਹੀ ਮਹਾਰਾਜ ਨੇ ਬਾਣੀ 'ਚ ਬੜੀ ਵਾਰ ਸਾਨੂੰ ਪ੍ਰੇਰਿਆ ਵੀ ਦੁਨੀਆ ਕਾਰਨ ਦੀਨ ਗਵਾਇਆ। ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ।
ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਜਿਨ੍ਹਾਂ ਨੂੰ ਮੂਹਰੇ ਰੱਖ ਕੇ ਜ਼ਿੰਦਗੀ ਦਾ ਹਰ ਕਦਮ ਪੁੱਟਦਾ ਉਹਨਾਂ ਤੇਰੇ ਬੁਰੇ ਹਾਲਾਤਾਂ 'ਚ ਸਾਥ ਨਹੀਂ ਦੇਣਾ। ਤੇ ਪਿਆਰਿਆ, ਜਿਸ ਗੁਰੂ ਵੱਲ ਮੂੰਹ ਨਹੀਂ ਕਰਨਾ ਉਹਨੇ ਤੇਰੀ ਬਾਹ ਨਹੀਂ ਛੱਡਣੀ। ਜਿਹਦੇ ਕੋਲੇ ਬਹਿੰਦਾ ਵੀ ਨਹੀਂ ਨਾ ਤੂੰ ਮਿੰਟ ਆ ਕੇ, ਉਹਨੇ ਤੈਨੂੰ ਪਿੱਠ ਨਹੀਂ ਦੇਣੀ। ਤੇ ਜਿਨ੍ਹਾਂ ਨਾਲ ਮਹਿਫਲਾਂ ਸਜਾਉਣਾ ਹੈ, ਜਿਨ੍ਹਾਂ ਨੂੰ ਆਪਣੇ ਗਿਣਦਾ, ਹੋ ਸਕਦਾ ਐਸੀ ਭੀੜ ਪਏ 2-4 ਬੰਦੇ ਹੁੰਦੇ ਜ਼ਿੰਦਗੀ 'ਚ ਜਿਹੜੇ ਬੁਰੇ ਹਾਲਾਤਾਂ 'ਚ ਸਾਥ ਦਿੰਦੇ, ਕੌਣ ਖੜਦਾ? ਪੈਸੇ ਕੂੜਾ ਕਰਕਟ ਚੱਕਣ ਵਾਲੀ ਉਹ ਬੀਬੀ ਨੇ 2 ਰੁਪਈਏ ਉਹਨਾਂ ਵੇਲਿਆਂ 'ਚ ਲਿਆ ਕੇ ਦਿੱਤੇ ਵੀ ਆਹ ਲੈ ਪੁੱਤ ਕਿਰਾਇਆ, ਜਾ ਕੇ ਨੌਕਰੀ ਲੱਗ ਜਾ। ਡਾਕਖਾਨੇ ਨੌਕਰੀ ਲੱਗਿਆ। ਇਸੇ ਸਮੇਂ ਦੇ ਦੌਰਾਨ ਕੁਝ ਢੇ ਪਿੰਡ ਲਾਗੇ ਪੈਂਦਾ ਸੀ, ਫੌਜੀ ਲੰਘਦੇ ਹੁੰਦੇ ਸੀ, ਸੋਹਣੀਆਂ ਵਰਦੀਆਂ ਪਾਈਆਂ ਹੋਣੀਆਂ, ਦਸਤਾਰੇ ਬੰਨੇ ਹੋਣੇ ਉਹਨਾਂ ਦੇ, ਤੇ ਮਨ ਤੇ ਅਸਰ ਹੋਣਾ ਸ਼ੁਰੂ ਹੋ ਗਿਆ ਵੀ ਇਹ ਕਿੱਦਾਂ ਦੀ ਕੌਮ ਹੈ ਸੰਸਾਰ ਤੇ। ਕਿੰਨੇ ਸੋਹਣੇ ਜਵਾਨ, ਕਿੰਨੀਆਂ ਸੋਹਣੀਆਂ ਦਸਤਾਰਾਂ, ਕਿੰਨੇ ਵਧੀਆ ਕਿਰਦਾਰ। ਸਿੱਖ ਤਾਂ ਜਿਉਂਦਾ ਜਾਗਦਾ ਪ੍ਰਚਾਰ ਕਰਦਾ ਜੇ ਉਹਦੀ ਰੂਹ 'ਚ ਸਿੱਖੀ ਹੈ। ਤੁਰਿਆ ਫਿਰਦਾ ਉਹ ਤਾਂ ਬਹੁਤ ਵੱਡੇ ਪ੍ਰਚਾਰ ਦਾ ਸਾਧਨ ਹੈ। ਮਨ ਤੇ ਅਸਰ ਹੋ ਗਿਆ। ਦੂਜਾ ਅਸਰ ਹੋਇਆ ਵੀ ਆਪਣੀ ਨੇੜਲੀ ਰਿਸ਼ਤੇਦਾਰੀ 'ਚੋਂ ਮਹਾਰਾਜ ਨਾਮ ਦਾ ਵਿਅਕਤੀ ਜਿਹੜਾ ਨਵਾਂ ਖੰਡੇ ਬਾਟੇ ਦੀ ਪਹੁ ਲੈ ਕੇ ਧਰਮ ਸਿੰਘ ਬਣ ਗਿਆ। ਉਹਨੇ ਵੀ ਪ੍ਰੇਰਨਾ ਦੇਣੀ ਸ਼ੁਰੂ ਕਰਤੀ। ਫੌਜੀਆਂ ਤੋਂ ਵੀ ਪ੍ਰੇਰਨਾ ਮਿਲ ਗਈ। ਆਪਣੇ ਨਾਲ ਦੇ ਸਾਥੀ ਤੁਲਸੀ ਰਾਮ ਨੂੰ ਕਹਿੰਦਾ ਹੈ ਵੀ ਆਪਾਂ ਧਰਮ ਸਿੰਘ ਦੇ ਰਾਹੀਂ ਖੰਡੇ ਬਾਟੇ ਦੀ ਪਹੁ ਲੈ ਕੇ ਸਿੰਘ ਸਜੀਏ। ਮਨ ਤੇ ਬੜਾ ਗਹਿਰਾ ਅਸਰ ਹੋਇਆ। ਸਿੰਘ ਸਭਾ ਲਹਿਰ ਤੋਂ ਤੁਲਸੀ ਰਾਮ ਖੰਡੇ ਬਾਟੇ ਦੀ ਪਹੁ ਲੈ ਕੇ ਭਾਈ ਜਗਜੋਧ ਸਿੰਘ ਬਣ ਗਿਆ, ਤੇ ਇਹ ਭਾਈ ਨੱਥੂ ਰਾਮ ਤੋਂ ਪ੍ਰੋਫੈਸਰ ਸਾਹਿਬ ਸਿੰਘ ਬਣ ਗਏ। ਇਹ ਪਹਿਲਾ ਇਤਿਹਾਸ ਵਿੱਚ ਜਿਹੜਾ ਵਰਤਾਰਾ ਤੁਹਾਨੂੰ ਮਿਲੇਗਾ। ਪੁੱਛਿਆ ਗਿਆ ਵੀ ਤੇਰਾ ਨਾਮ ਕੀ ਹੈ? ਕਹਿੰਦੇ ਜੀ ਮੇਰਾ ਨਾਮ ਨੱਥੂ ਰਾਮ ਹੈ। ਤੇ ਕਹਿੰਦੇ ਇਹੀ ਨਾਮ ਰੱਖਣਾ? ਕਹਿੰਦਾ ਜੀ ਨਹੀਂ, ਨਾਮ ਚੇਂਜ ਕਰਨਾ ਹੁਣ ਮੈਂ। ਸਿੰਘ ਤਾਂ ਲੱਗਣਾ ਹੀ ਹੈ ਪਿੱਛੇ। ਕਹਿੰਦੇ ਕੀ ਨਾਮ ਲਿਖੀਏ ਰਜਿਸਟਰ ਤੇ? ਕਹਿੰਦੇ ਮੇਰਾ ਨਾਮ ਲਿਖ ਦਿਓ ਸਾਹਿਬ। ਆਪਣਾ ਨਾਮ ਖੁਦ ਰੱਖਿਆ ਸਾਹਿਬ ਸਿੰਘ। ਡਾਕਖਾਨੇ 'ਚ ਮਨ ਨਹੀਂ ਲੱਗਿਆ। ਭਾਈ ਵੀਰ ਸਿੰਘ ਨੇ ਲਿਖਿਆ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੀ। ਜਿਹੜੇ ਬੰਦੇ ਜਿਸ ਕਾਰਜ ਲਈ ਬਣੇ ਹੋਣ ਉਹਨਾਂ ਨੂੰ ਸੰਤੁਸ਼ਟੀ ਉੱਥੇ ਹੀ ਆਉਂਦੀ, ਹੋਰ ਕੰਮ 'ਚ ਕਿੱਥੋਂ ਆਏਗੀ? ਹਰ ਬੰਦੇ 'ਚ ਵਾਹਿਗੁਰੂ ਨੇ ਕੋਈ ਨਾ ਕੋਈ ਇੱਕ ਗੁਣ ਪਾਇਆ। ਕੋਈ ਬੰਦਾ ਡਰਾਈਵਰੀ ਕਰਕੇ ਜ਼ਿਆਦਾ ਖੁਸ਼ ਹੈ, ਕੋਈ ਬੰਦਾ ਕੋਈ ਕੰਮ ਕਰਕੇ ਜ਼ਿਆਦਾ, ਉਹਦੀ ਰੂਹ 'ਚ, ਉਹਦੀ ਆਤਮਾ 'ਚੋਂ ਕੰਮ ਹੁੰਦੇ ਆ, ਉਹਨੂੰ ਚੰਗਾ ਹੀ ਉਹ ਲੱਗਦਾ। ਉਹਨੂੰ ਲੱਗਦਾ ਮੈਂ ਇਹੀ ਕਰਾਂ, ਮੈਂ ਤਾਂ ਹੀ ਖੁਸ਼ ਹਾਂ। ਮੈਨੂੰ ਪੈਸੇ ਭਾਵੇਂ 4 ਘੱਟ ਬਣ ਜਾਣ, ਪਰ ਕੰਮ ਉਹ ਹੋਵੇ ਜਿਹੜਾ ਮੈਂ ਚਾਹੁੰਦਾ, ਮੇਰੀ ਪਸੰਦ ਦਾ ਹੋਵੇ, ਉਹਦੇ 'ਚ ਮੈਂ ਤਰੱਕੀ ਵੀ ਕਰਾਂਗਾ, ਮੇਰੀ ਲਗਨ ਵੀ ਹੈ। ਡਾਕਖਾਨੇ ਦੀ ਨੌਕਰੀ ਛੱਡਤੀ। ਡਾਕਖਾਨੇ ਦੀ ਨੌਕਰੀ ਛੱਡ ਕੇ ਲਾਹੌਰ ਦੇ ਕਾਲਜ ਵਿੱਚ ਜਾ ਕੇ ਦਾਖਲਾ ਲੈ ਲਿਆ। ਘਰ 'ਚ ਗਰੀਬੀ ਵੀ ਹੈ, ਲੇਕਿਨ ਫਿਰ ਵੀ ਉਸ ਵੇਲੇ ਦੇ ਸਿਆਣਿਆਂ ਗਿਆਨੀਆਂ ਪੁਰਸ਼ਿਆਂ ਨੇ ਫੀਸ ਅੱਧੀ ਕਰਵਾ ਦਿੱਤੀ ਕਹਿ ਕੇ। ਕੁਝ ਵਜ਼ੀਫਾ ਮਿਲਦਾ ਸੀ। ਉੱਥੇ ਪੜ੍ਹਦਿਆਂ ਸੋਹਣੀਆਂ ਪੜ੍ਹਾਈਆਂ ਕੀਤੀਆਂ, ਫਿਰ ਲਾਹੌਰ ਵਿੱਚ ਹੀ ਜਾ ਕੇ ਪ੍ਰੋਫੈਸਰ ਲੱਗ ਗਏ। ਕੁਝ ਸਮਾਂ ਉੱਥੇ ਪੜ੍ਹਾਇਆ, ਫਿਰ ਸ਼੍ਰੋਮਣੀ ਕਮੇਟੀ 'ਚ ਆ ਕੇ ਸਕੱਤਰ ਲੱਗ ਗਏ। ਜਿਸ ਵੇਲੇ ਗੁਰਦੁਆਰਿਆਂ 'ਚ ਮਹੰਤਾਂ ਦਾ ਰਾਜ ਸੀ, ਉਹਨਾਂ ਤੋਂ ਚਾਬੀਆਂ ਖੋਹਣ ਲਈ ਜਿਹੜੇ ਮੋਰਚੇ ਚੱਲੇ ਸਨ, ਉਹਨਾਂ ਮੋਰਚਿਆਂ 'ਚ ਜੇਲ੍ਹਾਂ ਵੀ ਕੱਟੀਆਂ। ਇਹ ਵੀ ਵਕਤ ਆਪਣੇ ਪਿੰਡੇ ਤੇ ਹੰਢਾਇਆ ਜਦੋਂ ਸਾਕਾ ਨਨਕਾਣਾ ਸਾਹਿਬ ਵਾਪਰਿਆ। ਇਹ ਡਿਊਟੀ ਨਿਭਾਉਣ ਤੋਂ ਬਾਅਦ ਇੱਕ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਹੈ ਅੰਮ੍ਰਿਤਸਰ ਦੀ ਧਰਤੀ ਤੇ, ਉਹਦੇ ਪ੍ਰਿੰਸੀਪਲ ਵੀ ਰਹੇ ਆ ਪ੍ਰੋਫੈਸਰ ਸਾਹਿਬ ਸਿੰਘ। ਅੰਮ੍ਰਿਤਸਰ ਦੀ ਧਰਤੀ ਤੇ ਸਿਆਣੇ ਸੂਝਵਾਨ ਗੁਰਸਿੱਖਾਂ ਨੇ ਇੱਕ ਪਹਿਲਾ ਅਦਾਰਾ ਸਿੱਖਾਂ ਦਾ ਬਣਾਇਆ ਸੀ, ਖਾਲਸਾ ਕਾਲਜ ਅੰਮ੍ਰਿਤਸਰ। ਬਹੁਤ ਵੱਡਾ ਕਾਲਜ ਹੈ, ਅੱਜ ਵੀ ਉਹਦੀ ਬਿਲਡਿੰਗ ਜਿਉਂ ਦੀ ਤਿਉਂ ਖੜੀ ਹੈ। ਉਹ ਸ਼ੁਰੂਆਤ ਕੀਤੀ ਸੀ ਪ੍ਰੋਫੈਸਰ ਗੁਰਮੁਖ ਸਿੰਘ ਹੁਣਾਂ ਨੇ, ਸ਼ੁਰੂਆਤ ਕੀਤੀ ਸੀ ਗਿਆਨੀ ਦਿੱਤ ਸਿੰਘ ਹੁਣਾਂ ਨੇ। ਉਹਦੇ 'ਚ ਪੜ੍ਹਾਇਆ ਨਿਸ਼ਕਾਮਤਾ ਤੌਰ ਤੇ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਨੇ। ਨਾਲ ਪੜ੍ਹਾਉਂਦੇ ਰਹੇ, ਘਰ ਚਲਾਉਂਦੇ ਰਹੇ। ਜਿੰਨਾ ਕਰਜ਼ਾ ਸਿਰ ਤੇ ਚੜ੍ਹਿਆ ਸੀ ਮਾਂ ਦਾ ਉਹ ਲਾਇਆ। ਆਪਣੇ ਭੈਣ ਭਰਾਵਾਂ ਨੂੰ ਉਹਨਾਂ ਵੇਲਿਆਂ 'ਚ ਸੋਹਣੀਆਂ ਪੜ੍ਹਾਈਆਂ ਕਰਾਈਆਂ। ਅੰਤਾਂ ਦੀ ਗਰੀਬੀ ਸਹਿ ਕੇ ਵੀ ਡੀ.ਲਿਟ ਦੀ ਡਿਗਰੀ ਲਈ। ਅੱਜ ਦੇ ਸਮੇਂ 'ਚ ਵੀ ਇਸ ਡਿਗਰੀ ਤੱਕ ਪਹੁੰਚਣਾ ਇੱਕ ਸੁਪਨਾ ਹੈ। ਜਿਹੜੀ ਡਿਗਰੀ ਤੁਹਾਡਿਆਂ ਬਜ਼ੁਰਗਾਂ ਨੇ 1920-25 ਦੇ ਵਿੱਚ ਹਾਸਲ ਕੀਤੀ ਸੀ, ਇਹ 1947 'ਚ ਪਹਿਲਾਂ ਦੀਆਂ ਗੱਲਾਂ ਹੈ। ਇਹੋ ਜਿਹਾ ਸਾਡਿਆਂ ਬਜ਼ੁਰਗਾਂ ਦਾ ਵਿਦਿਅਕ ਮਿਆਰ ਰਿਹਾ।
ਇਹੋ ਜਿਹੀ ਦੁਨਿਆਵੀ ਵਿਦਿਆ ਰਹੀ ਹੈ ਸਾਡੇ ਬਜ਼ੁਰਗਾਂ ਦੀ। ਉਸ ਵੇਲੇ ਪੰਜਾਬ ਸਰਕਾਰ ਨੇ ਆਫਰ ਦਿੱਤਾ ਵੀ ਪੰਜਾਬੀ ਦੀ ਵਿਆਕਰਨ ਆ ਜਿਹੜੀ ਉਹ ਬਣਾ। ਵਿਆਕਰਨ ਦੀ ਬਹੁਤ ਲੋੜ ਹੈ, ਭਾਸ਼ਾ ਨੂੰ ਸਮਝਣ ਲਈ ਗ੍ਰਾਮਰ ਦੀ ਲੋੜ ਹੁੰਦੀ ਹੈ। ਉਸ ਕੰਮ ਨੂੰ ਠੁਕਰਾ ਕੇ 5 ਭਗਤ ਬਾਣੀਆਂ ਦੇ ਜਿਹੜੇ 5 ਰੂਪਾਂ ਦੇ ਅੰਦਰ ਜਿਹੜਾ ਟੀਕਾ ਕੀਤਾ, 5 ਭਾਗ ਬਣਾਏ, ਜਿਹਦੇ 'ਚ ਬਾਬਾ ਕਬੀਰ ਜੀ ਦੇ, ਬਾਬਾ ਨਾਮਦੇਵ ਜੀ ਦੇ, ਬਾਬਾ ਰਵਿਦਾਸ ਜੀ ਦੇ ਸਾਰੇ ਭਗਤਾਂ ਦੀ ਬਾਣੀ ਦੇ ਅਰਥ ਕੀਤੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਸੰਪੂਰਨ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਆਪਣੀ ਜ਼ਿੰਦਗੀ ਦੇ 19 ਸਾਲ ਲਾ ਕੇ ਕੀਤੇ। ਆਪਣੀ ਜ਼ਿੰਦਗੀ ਦੇ 19 ਵਰੇ ਲਾਏ। 15-18 ਵਰੇ ਲੱਗ ਗਏ ਉਹਨਾਂ ਨੂੰ। ਇੱਕ ਸ਼ਲੋਕ ਪੜ੍ਹ ਰਹੇ ਸੀ, ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ। ਉੱਥੇ ਆਹਰ ਸ਼ਬਦ ਆਇਆ 4 ਵਾਰ। ਰਾਰੇ ਤੋਂ ਮੁਕਤਾ, ਰਾਰੇ ਨੂੰ ਸਿਹਾਰੀ ਤੇ ਰਾਰੇ ਨੂੰ ਔਂਕੜ। ਉਹਨਾਂ ਦੇ ਮਨ 'ਚ ਖਿਆਲ ਆਇਆ ਵੀ ਆਹਰ ਇੱਕੋ ਹੀ ਸ਼ਬਦ ਹੈ। ਇੱਕ ਜਗ੍ਹਾ ਤੇ ਰਾਰੇ ਨੂੰ ਸਿਹਾਰੀ ਆ ਰਿਹਾ, ਦੂਜੀ ਜਗ੍ਹਾ ਤੇ ਰਾਰੇ ਨੂੰ ਔਂਕੜ ਆ ਰਿਹਾ, ਤੀਜੀ ਜਗ੍ਹਾ ਤੇ ਰਾਰਾ ਮੁਕਤ ਆ ਰਿਹਾ। ਵੀ ਇਹਦੇ 'ਚ ਕੀ ਕਾਰਨ ਹੈ? ਇਸੇ ਗੱਲ ਨੂੰ ਖੋਜਦਿਆਂ 20 ਸਾਲ ਲੱਗ ਗਏ। ਫਿਰ ਉਹਨਾਂ ਨੇ ਸਾਨੂੰ ਦੱਸਿਆ ਵੀ ਸਤਨਾਮ ਦੇ ਮੰਮੇ ਨੂੰ ਔਂਕੜ ਕਿਉਂ ਲੱਗਿਆ, ਨਿਰਵੈਰ ਦੇ ਰਾਰੇ ਨੂੰ ਔਂਕੜ ਕਿਉਂ ਆ। ਗੁਰ ਸ਼ਬਦ ਕਦੇ ਰਾਰੇ ਨੂੰ ਸਿਹਾਰੀ ਨਾ ਆ ਰਿਹਾ, ਕਦੇ ਰਾਰੇ ਨੂੰ ਔਂਕੜ ਨਾ ਆ ਰਿਹਾ। ਸੰਤ ਲਫ਼ਜ਼ ਕਦੇ ਤੱਤੇ ਨੂੰ ਔਂਕੜ ਆ ਰਿਹਾ ਹੈ, ਕਦੇ ਤੱਤੇ ਨੂੰ ਸਿਹਾਰੀ ਆ ਰਿਹਾ, ਕਦੇ ਤੱਤਾ ਮੁਕਤ ਆ ਰਿਹਾ। 20 ਸਾਲ ਲਾ ਕੇ ਉਹਨਾਂ ਨੇ ਬਾਹਰੋਂ ਕੁਛ ਨਹੀਂ ਲਿਆਂਦਾ। ਗੁਰਬਾਣੀ 'ਚ ਵਰਤ ਰਹੇ ਨੇਮਾਂ ਨੂੰ ਉਜਾਗਰ ਕੀਤਾ, ਜਿਹੜੇ ਨੇਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅਰਥ ਸਮਝਣ ਲਈ ਸਹਾਇਕ ਹੋਏ। ਇਹ ਸਾਰਾ ਕਾਰਜ ਪ੍ਰੋਫੈਸਰ ਸਾਹਿਬ ਸਿੰਘ ਨੇ ਆਪਣੇ ਜੀਵਨ 'ਚ ਕੀਤਾ। ਡਾਕਟਰ ਹਰਸ਼ਿੰਦਰ ਕੌਰ ਅੱਜ ਜਿਹੜੇ ਮੋਹਾਲੀ ਚੰਡੀਗੜ੍ਹ ਦੇ ਅੰਦਰ ਬੱਚਿਆਂ ਦੇ ਮਾਹਰ ਨੇ ਤੇ ਬਹੁਤ ਵੱਡਾ ਹਸਪੀਟਲ ਆ, ਉਹਨਾਂ ਦੀਆਂ ਕਾਫੀ ਸਪੀਚਾਂ ਵੀ ਅਸੀਂ ਸੁਣਦੇ YouTube ਤੇ, ਬੜੀਆਂ ਆਮ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ। ਉਹਨਾਂ ਨੇ ਇੱਕ ਗੱਲ ਸੁਣਾਈ, ਕਹਿਣ ਲੱਗੇ ਮੈਂ ਛੋਟੀ ਜੀ ਸੀ ਤੇ ਆਪਣੀ ਮਾਂ ਨਾਲ, ਜਾਣੀ ਕਿ ਆਪਣੇ ਨਾਨਾ ਜੀ ਕੋਲ, ਆਪਣੇ ਨਾਨਕੇ ਪਿੰਡ ਪ੍ਰੋਫੈਸਰ ਸਾਹਿਬ ਸਿੰਘ ਦੇ ਘਰ ਚਲੇ ਗਏ। ਕਹਿੰਦੀ ਸਾਰੀ ਰਾਤ ਅਸੀਂ ਟਾਈਮ ਨਾਲ ਪਹੁੰਚ ਗਏ, ਨਾਨਾ ਜੀ ਨੇ ਗੱਲ ਹੀ ਨਹੀਂ ਕੀਤੀ ਸਾਡੇ ਨਾਲ। ਕਹਿੰਦੀ ਅਗਲਾ ਦਿਨ ਚੜ੍ਹਿਆ, ਨਾਨਾ ਜੀ ਸੈਰ ਤੇ ਚਲੇ ਗਏ ਤੇ ਮੈਂ ਵੀ ਨਾਲ ਚਲੀ ਗਈ ਵੀ ਮੈਂ ਨਾਨਾ ਜੀ ਨੂੰ ਬੋਲਦਿਆਂ ਦੇਖਾਂਗੀ ਵੀ ਕਿਵੇਂ ਗੱਲਬਾਤ ਕਰਦੇ। ਕਹਿੰਦੀ ਚੁੱਪ ਰਹੇ। ਘਰੇ ਆ ਗਏ, 2 ਰਾਤਾਂ ਕੱਟੀਆਂ, ਵਾਪਸ ਆ ਗਏ। ਆਂਦੀ ਮੈਂ ਰਾਹ 'ਚ ਆਉਂਦੀ ਆਪਣੀ ਮਾਂ ਨਾਲ ਲੜਦੀ ਆਉਣੀ ਐ ਵੀ ਕਿੱਦਾਂ ਦਾ ਬਾਪ ਹੈ ਤੇਰਾ। ਆਪਾਂ ਘਰੇ ਰਹੇ ਆ 2 ਦਿਨ, ਸਾਰੇ ਪਰਿਵਾਰ ਨੇ ਗੱਲਾਂ ਬਾਤਾਂ ਕੀਤੀਆਂ, ਨਾਨਾ ਜੀ ਨਾ ਕੋਲ ਆਏ, ਨਾ ਬੋਲੇ, ਨਾ ਗੱਲ ਕੀਤੀ। ਐਡੇ ਨਰਮੋਹੇ, ਐਡੇ ਨਿਰਦਈ ਨੇ, ਇੰਨੇ ਕਠੋਰ ਦਿਲ ਨੇ। ਕੁਛ ਦਿਨ ਕਹਿੰਦੀ ਆਏ ਬੀਤੇ ਦੇ ਬਾਅਦ 'ਚ ਚਿੱਠੀ ਆਈ। ਚਿੱਠੀ ਦੇ ਵਿੱਚ ਨਾਮ ਲਿਖਿਆ ਆਪਣੀ ਧੀ ਦਾ, ਆਪਣੀ ਦੋਹਤੀ ਦਾ, ਵੀ ਧੀਏ ਆਪਣੀ ਧੀ ਨੂੰ ਕਹੀਂ ਆਪਣੇ ਨਾਨੇ ਨੂੰ ਮਾਫ ਕਰਦੀ। ਕਹਿੰਦੀ ਮੇਰੇ ਮਾਂ ਦੇ ਨਾਂ ਚਿੱਠੀ ਆਈ। ਉਹਨੂੰ ਲੱਗਿਆ ਹੋਣਾ ਵੀ ਮੇਰਾ ਨਾਨਾ ਕਠੋਰ ਹੈ, ਬੜਾ ਨਿਰਦਈ ਹੈ। ਘਰੇ ਆਇਆ ਨਾ ਬੋਲਿਆ ਨਹੀਂ, ਨਾ ਦਿਨੇ ਬੋਲਿਆ, ਨਾ ਸੌਣ ਲੱਗਿਆ ਬੋਲਿਆ, ਨਾ ਉੱਠ ਕੇ ਬੋਲਿਆ। ਧੀਏ ਮੈਂ ਉਸ ਵੇਲੇ ਪਾਕ ਪਟਨ ਦੀ ਜੂਹ ਵਿੱਚ ਪੈਦਾ ਹੋਣ ਵਾਲੇ ਬਾਬੇ ਫਰੀਦ ਜੀ ਦੇ ਸਲੋਕਾਂ ਦਾ ਟੀਕਾ ਕਰ ਰਿਹਾ ਸੀ, ਤੇ ਜੇ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਚੁਲਝ ਜਾਂਦਾ ਤੇ ਉਹ ਟੀਕੇ ਦੇ ਅਰਥ ਜਿਹੜੇ ਸਹੀ ਰੂਪ 'ਚ ਕਰਨੇ ਮੇਰੇ ਲਈ ਅਧੂਰੇ ਹੋ ਜਾਣੇ ਸੀ। ਜਦੋਂ ਉਹ ਸਵੇਰ ਦੀ ਸੈਰ ਤੇ ਨਿਕਲਦੇ ਸਨ ਤੇ ਤੁਰਿਆਂ ਜਾਂਦਿਆਂ ਬਾਬੇ ਫਰੀਦ ਦੇ ਸਲੋਕਾਂ ਦਾ ਪਾਠ ਕਰਦੇ ਜਾਂਦੇ ਸੀ, ਤਾਂ ਕਿ ਜਿੰਨਾ ਕੁ ਵੀ ਅਖੀਰ ਤੇ ਨਹੀਂ ਵੀ ਜਿੰਨੇ ਕੁ ਵੀ ਨੁਕਤੇ ਸੰਗਤ ਨਾਲ ਸਾਂਝੇ ਹੋ ਸਕਦੇ ਬਾਬੇ ਫਰੀਦ ਦੇ ਸਲੋਕਾਂ ਦੇ, ਉਹ ਦੁਨੀਆ ਨਾਲ ਸਾਂਝੇ ਕੀਤੇ ਜਾਣ। ਲੜੀਵਾਰ ਬੈਠੇ 18-18 ਘੰਟੇ ਉਹ ਬਜ਼ੁਰਗ ਕੁਰਸੀ ਤੇ ਕਲਮ ਲੈ ਕੇ ਲਿਖਦਾ ਰਹਿੰਦਾ ਸੀ। 18-18 ਘੰਟੇ ਆਪਣੀ ਜ਼ਿੰਦਗੀ ਦੇ ਉਹਨੇ ਕਲਮ ਨਾਲ ਆਪਣੀ ਕੌਮ ਲਈ ਲਿਖਿਆ, ਨਾ ਇਸ ਲਈ ਲਿਖਿਆ ਵੀ ਕੋਈ ਵੱਡਾ ਘਰ ਬਣ ਜਾਏ, ਨਾ ਇਸ ਲਈ ਲਿਖਿਆ ਵੀ ਮੈਂ ਪੰਥ ਪ੍ਰਸਿੱਧ ਵਿਦਵਾਨ ਬਣ ਜਾ, ਦੁਨੀਆ ਮੈਨੂੰ ਜਾਣੇ, ਮੇਰਾ ਨਾਮ ਜਪੇ। ਜਿਵੇਂ ਜਿਵੇਂ ਉਹਨੇ ਆਪਣੇ ਸਿੱਖ ਵਿਰਸੇ ਤੇ ਸਿੱਖ ਇਤਿਹਾਸ ਨੂੰ ਪੜ੍ਹਿਆ, ਸਮਝਿਆ, ਮਹਿਸੂਸ ਕੀਤਾ, ਉਹ ਸਾਰੀ ਜ਼ਿੰਦਗੀ ਲਿਖਦਾ ਰਿਹਾ। ਉਹਨੇ 10 ਗੁਰੂਆਂ ਦਾ ਜੀਵਨ ਲਿਖਿਆ, ਪੰਜਾਬੀ ਦੀ ਵਿਆਕਰਨ ਲਿਖੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਰਥ ਕੀਤੇ, ਤੇ ਆਪਣੀ ਜ਼ਿੰਦਗੀ 'ਚ 38 ਕਿਤਾਬਾਂ ਲਿਖੀਆਂ ਜਿਹੜੀਆਂ ਗੁਰਮਤਿ ਦੇ ਅਨੁਕੂਲ ਨੇ, ਜਿਹਦੇ 'ਚ ਭਾਈ ਗੁਰਦਾਸ ਜੀ ਦੀਆਂ, ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਰਾਹੀਂ ਗੁਰਮਤਿ ਨੂੰ ਸੌਖੇ ਤਰੀਕੇ ਨਾਲ ਸਾਡੇ ਤੱਕ ਲਿਜਾਣ ਦਾ ਉਪਰਾਲਾ ਕੀਤਾ। ਸਾਰੀ ਜ਼ਿੰਦਗੀ ਉਹ ਬਜ਼ੁਰਗ ਕੌਮ ਦੀ ਸੇਵਾ ਕਰਦਾ ਰਿਹਾ। ਅੱਜ ਤੇ ਤੁਸੀਂ ਮਿੰਟਾਂ ਸਕਿੰਟਾਂ 'ਚ ਮਹਾਨ ਕੋਸ਼ ਫੋਨਾਂ ਤੇ ਕੱਢ ਲਓ,
ਮਿੰਟਾਂ ਸਕਿੰਟਾਂ 'ਚ ਦੁਨੀਆ ਭਰ ਦੇ ਗ੍ਰੰਥ ਦੇਖ ਲਓ। ਔਰ ਉਦੋਂ ਦੇਖੋ ਸਾਰੇ ਗ੍ਰੰਥ ਵੱਡੇ ਵੱਡੇ ਕਿਤਾਬ 'ਚ ਲਿਆ ਕੇ ਘਰਾਂ 'ਚ ਰੱਖੇ ਹੋਣੇ, ਔਰ ਅੱਜ ਜਿਹੜੇ ਸ਼੍ਰੋਮਣੀ ਕਮੇਟੀ ਦੇ ਸਕਰੀਨ ਤੇ ਸ਼ਬਦ ਲਿਖੇ ਆ ਰਹੇ ਨੇ, ਅਰਥ ਵਿਖਾਏ ਜਾਂਦੇ ਹੈ, ਤੁਹਾਡੇ ਫੋਨਾਂ 'ਚ ਅਰਥ ਹੈ। ਇਹ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਦੇ ਕੀਤੇ ਅਰਥ ਹੈ। ਇਹਨਾਂ ਅਰਥਾਂ ਨੂੰ ਕੀਤਿਆਂ 'ਚ 70-75 ਸਾਲ ਹੋ ਗਏ। 75 ਸਾਲ ਪਹਿਲਾਂ ਕੱਲੇ ਕੱਲੇ ਅੱਖਰ ਦਾ ਅਰਥ ਕਰਕੇ ਦੁਨੀਆ ਨੂੰ ਦੱਸਿਆ, ਇੱਕ ਇੱਕ ਅੱਖਰ ਦਾ ਅਰਥ 75 ਸਾਲ ਪਹਿਲਾਂ ਉਸ ਬਜ਼ੁਰਗ ਨੇ ਕੀਤਾ। ਤੇ ਜਦੋਂ ਸੰਸਾਰ ਤੋਂ ਗਏ ਵੀ ਨਾ, ਤੇ ਜਾਂਦਿਆਂ ਹੋਇਆਂ ਉਹਨਾਂ ਨੇ ਯੂਨੀਵਰਸਿਟੀ 'ਚ ਸੰਬੋਧਨ ਕੀਤਾ। ਨਾਲ ਉਹਨਾਂ ਦੇ ਸਪੁੱਤਰ ਡਾਕਟਰ ਦਲਜੀਤ ਸਿੰਘ ਸਨ। ਤੇ ਸੰਬੋਧਨ ਕਰਕੇ ਪਹਿਲਾਂ ਤਾਂ ਪਹਿਚਾਣ ਹੀ ਨਾ ਸਕਿਆ ਕੋਈ ਵੀ ਜਿਸ ਮਹਿਮਾਨ ਨੂੰ 1.5 ਘੰਟੇ ਤੋਂ ਉਡੀਕ ਰਹੇ ਹੋ ਬੈਠਾ ਕਿੱਥੇ ਹੈ। ਉਹੀ ਪੁਰਾਣਾ ਕੁੜਤਾ ਪਜਾਮਾ, ਉਹੀ ਪੁਰਾਣੀ ਝੱਗੀ ਪਾਈ, ਉਹੀ ਪਤਲਾ ਜਿਹਾ ਪਰਨਾ ਬੰਨਿਆ ਸਿਰ ਤੇ। ਆਵਾਜ਼ ਮਾਰੀ ਵੀ ਸਾਹਿਬ ਸਿੰਘ ਆ ਕੇ ਨੌਜਵਾਨ ਬੱਚਿਆਂ ਨੂੰ ਸੰਬੋਧਨ ਹੋਣ। ਜਿੱਦੇ ਡੀਲਿਟ ਦੀ ਉਪਾਧੀ ਮਿਲੀ ਹੈ, ਜਿੱਦੇ ਡਾਕਟਰ ਦੀ ਉਪਾਧੀ ਮਿਲੀ ਹੈ। ਤੇ ਜਦੋਂ ਆ ਕੇ ਮੈਕ 'ਚ ਬੋਲਣ ਲੱਗ ਗਏ, ਘੁਸਰ ਮੁਸਰ ਹੋਣ ਲੱਗ ਗਈ ਵੀ ਆਹ ਕਿਹੜਾ ਬੁਲਾਰਾ ਆ ਗਿਆ, 1.5 ਘੰਟਾ ਅੱਗੇ ਉਡੀਕਦਿਆਂ ਨੂੰ ਹੋ ਗਿਆ, ਇਹ ਕੋਈ ਹੋਰ ਹੀ ਬੁਲਾਰਾ ਬੋਲਣ ਲੱਗ ਗਿਆ ਆ ਕੇ। ਧੀਮੀ ਆਵਾਜ਼ ਵਿੱਚ, ਪੂਰੇ ਸਰੀਰ ਤੇ ਝੁਰੜੀਆਂ ਪੈ ਚੁੱਕੀਆਂ ਸਨ, ਸਰੀਰ ਕਮਜ਼ੋਰ ਹੋ ਚੁੱਕਿਆ ਸੀ, ਗਲਾ ਸਾਥ ਨਹੀਂ ਸੀ ਦੇ ਰਿਹਾ। ਫਤਿਹ ਬੁਲਾ ਕੇ ਪਹਿਲਾਂ ਨੌਜਵਾਨ ਬੱਚਿਆਂ ਨੂੰ ਸ਼ਾਂਤ ਕੀਤਾ। ਮੇਰੀ ਫਤਿਹ ਪ੍ਰਵਾਨ ਕਰਿਓ, ਮੈਂ ਦਾਸ ਸਾਹਿਬ ਸਿੰਘ ਆਪਣੇ ਮਨ ਦੇ ਵਲਵਲੇ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਤੇ ਹੱਥ ਜੁੜ ਗਏ ਨੌਜਵਾਨਾਂ ਦੇ ਵੀ ਆਹ ਕਿਵੇਂ ਪੁਰਾਣੇ ਜੇ ਕੱਪੜੇ ਪਾ ਕੇ ਇੱਕ ਨਿਮਾਣਾ ਜਿਹਾ ਬਣਿਆ ਸਟੇਜ ਤੇ ਖੜਾ ਸਾਹਿਬ ਸਿੰਘ, ਜਿਹਨੇ ਆਪਣੀ ਜ਼ਿੰਦਗੀ ਦੇ 50 ਵਰੇ ਕੌਮ ਲਈ ਲਿਖਿਆ। ਤੇ 2 ਸ਼ਬਦ ਜਿਹੜੇ ਮੈਂ ਹਰ ਜਗ੍ਹਾ ਸਾਹਿਬ ਸਿੰਘ ਹੁਣਾਂ ਦੀ ਜ਼ੁਬਾਨ ਚੋਂ ਨਿਕਲੇ ਤੇ ਉਹਨਾਂ ਦੀ ਕਲਮ ਨਾਲ ਲਿਖੇ ਹੋਏ ਮੈਂ ਸੰਗਤ ਨਾਲ ਜ਼ਰੂਰ ਸਾਂਝੇ ਕਰਦਾ। ਮੈਨੂੰ ਇਹੀ ਗੱਲ ਭਗਤ ਪੂਰਨ ਸਿੰਘ ਹੁਣਾਂ ਦੀ, ਹਰੇਕ ਗੁਰਸਿੱਖ ਵਿਦਵਾਨ ਦੀ ਸੋਹਣੀ ਲੱਗਦੀ ਹੈ। ਜਦੋਂ ਸਿੱਖ ਤੁਹਾਨੂੰ ਆਤਮਕ ਉਡਾਰੀਆਂ ਮਾਰਦਾ ਨਜ਼ਰ ਆਏਗਾ ਨਾ, ਤੇ ਜਦੋਂ ਤੁਸੀਂ ਉਸ ਸਿੱਖ ਦਾ ਜੀਵਨ ਪੜ੍ਹੋਗੇ, ਉਹ ਹਰ ਗੱਲ ਨਾਲ ਕਹੇਗਾ ਮੇਰੀਆਂ ਜੜ੍ਹਾਂ ਗੁਰੂ ਨਾਲ ਜੁੜੀਆਂ ਹੋਈਆਂ। ਤੇ ਨਹੀਂ ਤਾਂ ਬਾਬੇ ਕਬੀਰ ਨੇ ਆਖਿਆ, ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਵੇ ਸੋ ਕਭੂ ਨਾ ਡੋਲੇ। ਬਹੁਤੇ ਖਾਲੀ ਘੜਿਆਂ 'ਚੋਂ ਮੇਰੇ ਵਰਗਿਆਂ 'ਚੋਂ ਆਵਾਜ਼ ਜ਼ਿਆਦਾ ਆਉਂਦੀ ਹੈ, ਹੁੰਦਾ ਕੱਖ ਵੀ ਨਹੀਂ ਵਿੱਚ। ਇਹ ਉਹ ਰੂਹਾਂ, ਕਰਮ ਸਿੰਘ ਹਿਸਟੋਰੀਅਨ ਵਰਗੇ, ਪ੍ਰੋਫੈਸਰ ਸਾਹਿਬ ਸਿੰਘ ਵਰਗੇ, ਗਿਆਨੀ ਦਿੱਤ ਸਿੰਘ ਵਰਗੇ, ਪ੍ਰੋਫੈਸਰ ਗੁਰਮੁਖ ਸਿੰਘ ਵਰਗੇ, ਇਹ ਉਹ ਰੂਹਾਂ ਆ ਜਿਹੜੀਆਂ ਲੰਮਾ ਸਮਾਂ ਕੌਮ ਲਈ ਜੂਝਦੀਆਂ ਰਹੀਆਂ, ਪ੍ਰਚਾਰ ਕਰ ਜਿਨ੍ਹਾਂ ਸਿਰ ਤੇ ਕੌਮ ਵਧੀ ਫੁੱਲੀ। ਇਹਨਾਂ ਰੂਹਾਂ 'ਚੋਂ ਹੀ ਪ੍ਰਿੰਸੀਪਲ ਗੰਗਾ ਸਿੰਘ ਦਾ ਜਨਮ ਹੋਇਆ। ਇਹਨਾਂ ਰੂਹਾਂ 'ਚੋਂ ਹੀ ਕੌਮ ਨੂੰ ਸਿਆਣੇ ਪ੍ਰਚਾਰਕ, ਸੁਲਝੇ ਕੀਰਤਨੀਏ ਤੇ ਸਿਆਣੇ ਵਿਦਵਾਨ ਇਹਨਾਂ ਰੂਹਾਂ ਦੀ ਬਦੌਲਤ ਮਿਲੇ ਆ। ਉਹਨਾਂ ਆਖਿਆ ਸੀ, ਮੈਂ ਸਾਹਿਬ ਸਿੰਘ ਸਾਰੀ ਜ਼ਿੰਦਗੀ ਲਿਖਦਾ ਰਿਹਾ, ਹਰ ਕਿਤਾਬ ਵਿੱਚ। ਤੇ ਗੁਰੂ ਗ੍ਰੰਥ ਸਾਹਿਬ ਦਾ ਟੀਕੇ ਦੇ ਸ਼ੁਰੂਆਤ ਵੇਲੇ ਮੈਂ ਆਖਿਆ ਸੀ, ਮੇਰੇ ਅਰਥ ਤੇ ਮੇਰੀ ਲਿਖਤ ਆਖਰੀ ਨਹੀਂ ਹੈਗੀ, ਮੈਂ ਗੁਰੂ ਪ੍ਰੇਮ ਵਿੱਚ ਭਿੱਜਾ ਹੋਇਆ ਜੋ ਲਿਖ ਸਕਦਾ ਉਹ ਲਿਖ ਸਕਿਆ ਹਾਂ। ਇਹਨੂੰ ਆਖਰੀ ਨਾ ਮੰਨਿਓ, ਇਹਨੂੰ ਅੰਤ ਦਾ ਗਿਆਨ ਨਾ ਮੰਨਿਓ। ਤੇ ਇੱਕ ਗੱਲ ਉਹਨਾਂ ਕਹੀ ਵੀ ਜੋ ਇਹ ਬਖਸ਼ਿਸ਼ ਮੇਰੇ ਤੇ ਹੋਈ ਆ ਨਾ, ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਹਿਮਤ ਤੇ ਕਲੰਗੀਆਂ ਵਾਲੇ ਦਾ ਹੱਥ ਆ, ਨਹੀਂ ਮੇਰੀ ਆਪਣੀ ਔਕਾਤ ਕੋਈ ਨਹੀਂ। ਕਹਿੰਦੇ ਮੈਂ ਨੱਥੂ ਰਾਮ, ਇੱਕ ਕੱਚੇ ਜੇ ਢੱਥੇ ਜੇ ਫੱਤੇ ਵਾਲੀ ਪਿੰਡ 'ਚ ਪੈਦਾ ਹੋਣ ਵਾਲਾ, ਜਿਸ ਸਕੂਲ ਵਿੱਚ ਪੱਖੇ ਦਾ ਪ੍ਰਬੰਧ ਨਹੀਂ, ਟਾਟ ਦਾ ਪ੍ਰਬੰਧ ਨਹੀਂ, ਮੈਂ ਰਈਏ 'ਚ ਪੜ੍ਹ ਕੇ ਲੋਕਾਂ ਤੋਂ ਰੁਪਈਆ ਮੰਗ ਕੇ ਮੈਂ ਆਪਣੀ ਵਿਦਿਆ ਪੂਰੀ ਕੀਤੀ ਆ। ਮੈਂ ਸਿਆਲਕੋਟ ਦੀਆਂ ਗਲੀਆਂ 'ਚ ਨੰਗੇ ਪੈਰੀ ਖੇਡਿਆ, ਤਨ ਤੇ ਪਾਟੇ ਕੱਪੜੇ ਪਾ ਕੇ ਮੇਰਾ ਜੀਵਨ ਬਸਰ ਹੋਇਆ। ਚੜ੍ਹਦੀ ਮਾਲੀ ਮੇਰਾ ਬਾਪ ਮੈਨੂੰ ਛੱਡ ਗਿਆ, 4-5 ਭੈਣ ਭਰਾਵਾਂ ਦੀ ਮੈਂ ਪਾਲਣਾ ਪੋਸ਼ਣਾ ਕੀਤੀ। ਇਹ ਪੜ੍ਹਾਈਆਂ, ਇਹ ਲਿਖਾਈਆਂ, ਇਹ ਡਿਗਰੀਆਂ, ਇਹ ਕੌਮ ਦਾ ਮਾਣ ਸਤਿਕਾਰ ਜਿਹੜਾ ਮੇਰੀ ਝੋਲੀ 'ਚ ਪਾਇਆ, ਇਹ ਸਤਿਗੁਰੂ ਦੀ ਬਖਸ਼ਿਸ਼ ਹੈ, ਇਹ ਸਤਿਗੁਰੂ ਦੀ ਰਹਿਮਤ ਆ। ਮੈਂ ਨੱਥੂ ਰਾਮ ਦਾ ਨੱਥੂ ਰਾਮ ਹੀ ਮਰ ਜਾਣਾ ਸੀ, ਮੈਨੂੰ ਕਿਸੇ ਨੇ ਸਾਹਿਬ ਨਹੀਂ ਸੀ ਕਹਿਣਾ। ਇਹ ਮੇਰੀ ਗੁਰੂ ਦੀ ਬਖਸ਼ਿਸ਼ ਹੈ, ਇਹ ਮੇਰੀ ਗੁਰੂ ਦੀ ਦਾਤ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਹੈ, ਬਖਸ਼ਿਸ਼ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਅਟੁੱਟ ਬਖਸ਼ਿਸ਼ਾਂ ਨੇ ਜਿਹਦੇ ਕਰਕੇ ਇੰਨੀ ਵੱਡੀ ਪਦਵੀ ਮਿਲੀ ਹੈ। ਅੱਜ ਉਸ ਵਿਦਵਾਨ ਦਾ, ਅੱਜ ਉਸ ਕਲਮ ਦੇ ਧਣੀ ਦਾ, ਅਨੇਕਾਂ ਕਿਤਾਬਾਂ ਲਿਖਣ ਵਾਲੇ ਦਾ, ਅਥਾਹ ਗਿਆਨ, ਗੁਰੂ ਗਿਆਨ ਕੌਮ ਦੀ ਝੋਲੀ 'ਚ ਪਾਉਣ ਵਾਲੇ ਪ੍ਰੋਫੈਸਰ ਸਾਹਿਬ ਸਿੰਘ ਦਾ ਅੱਜ ਦੇ ਦਿਨ ਜਾਣੀ ਕਿ 16 ਫਰਵਰੀ 1892 ਈਸਵੀ ਨੂੰ ਜਨਮ ਹੋਇਆ ਸੀ। ਤੇ ਸੱਚੇ ਪਾਤਸ਼ਾਹ ਰਹਿਮਤ ਕਰੇ ਉਹਨਾਂ ਦੀ ਜੀਵਨੀ। ਇੱਕ ਮੈਂ ਕੀਮਤ ਪਤਾ ਨਾਲ ਕਿਉਂ ਦੱਸਦਾ ਹਰ ਕਿਤਾਬ ਦੀ,
ਤਾਂ ਕਿ ਸਾਨੂੰ ਸਮਝ ਆ ਜਾਏ ਵੀ ਜਿੰਨੇ ਕੁ ਗੋਲ ਗੱਪੇ ਅਸੀਂ ਰੇਹੜੀ ਤੇ ਖੜੇ 5 ਮਿੰਟਾਂ 'ਚ ਖਾ ਜਾਂਦੇ ਆ ਨਾ, ਇੰਨੇ ਕੁ ਦੀ ਕੌਮ ਨੂੰ ਕਿਤਾਬ ਮਿਲ ਜਾਂਦੀ। ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਦੀ ਜੀਵਨੀ ਹੈ, 60 ਕੁ ਰੁਪਏ ਦੀ ਕਿਤਾਬ ਹੈ, ਸਾਰੀ ਆਨਲਾਈਨ ਵੀ ਮਿਲ ਜਾਏਗੀ। ਤੇ ਜਦੋਂ ਕਦੇ ਜਾਓ, ਸਿੰਘ ਬ੍ਰਦਰਜ ਬੱਸ ਅੱਡਾ ਅੰਮ੍ਰਿਤਸਰ ਦੇ ਏਰੀਏ, ਬਹੁਤ ਵੱਡੀ ਸ਼ਾਪ ਹੈ। ਮੈਂ ਤਾਂ ਐਡਰੈਸ ਦੇ ਰਿਹਾ ਕਿਉਂਕਿ ਕਈ ਵੀਰ ਅੰਮ੍ਰਿਤਸਰ ਏਰੀਏ ਦੇ ਹੁੰਦੇ ਆ ਤੇ ਪਤਾ ਨਹੀਂ ਲੱਗਦਾ ਵੀ ਇਹ ਖਰੀਦੀਏ ਕਿੱਥੋਂ। ਉਹ ਖਰੀਦ ਕੇ ਲਿਆਇਓ ਤੇ ਪੜ੍ਹਿਓ, ਉਹਦੇ ਨਾਲ ਤੁਹਾਡਾ ਗੁਰੂ ਪ੍ਰੇਮ ਤੇ ਗੁਰੂ ਸਿਦਕ ਵਿੱਚ ਵਾਧਾ ਹੋਏਗਾ। ਤੁਹਾਨੂੰ ਯਕੀਨ ਆਏਗਾ ਵੀ ਇੰਨੀ ਦਲਦਲ ਵਿੱਚੋਂ ਗੁਰੂ ਨੇ ਬੰਦੇ ਕੱਢੇ, ਇੰਨੀਆਂ ਬਖਸ਼ਿਸ਼ਾਂ ਅਸੀਂ ਡੋਲ ਜਾਂਦੇ ਕਈ ਵਾਰ। ਇਹ ਸਾਰਾ ਉਹਨਾਂ ਨੇ ਆਪਣੀ ਜੀਵਨੀ 'ਚ ਇਹ ਗੱਲ ਵਾਰ-ਵਾਰ ਦੁਹਰਾਈ ਹੈ ਵੀ ਇਹ ਨਾ ਸਮਝੋ ਵੀ ਮੈਂ ਕੋਈ ਬਹੁਤ ਮਾਣ ਵਾਲੀ ਗੱਲ ਕਰ ਰਿਹਾ ਆਪਣੀ ਜੀਵਨੀ ਲਿਖ ਕੇ। ਮੈਂ ਤਾਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ, ਨਾ ਮੈਂ ਚਰਚੇ ਕਰਾਉਣਾ ਚਾਹੁੰਦਾ, ਨਾ ਮੈਂ ਆਪਣੀ ਜੀਵਨੀ ਲਿਖ ਕੇ ਲੋਕਾਂ ਨੂੰ ਆਪਣਾ ਪਾਠ ਪੜ੍ਹਾਉਣਾ ਚਾਹੁੰਦਾ। ਮੈਂ ਤਾਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ, ਉਹ ਨਾਲੀਆਂ 'ਚ ਰੁਲਦੇ, ਆਮ ਗਲੀਆਂ 'ਚ ਖੇਡਦੇ, ਸਾਰੀ ਜ਼ਿੰਦਗੀ ਗਰੀਬੀ ਨਾਲ ਲੜਦੇ, ਤੰਗੀਆਂ ਤੁਰਸ਼ੀਆਂ ਨਾਲ ਜੂਝਦੇ, ਜੇ ਨੱਥੂ ਰਾਮ ਨੂੰ ਮੈਨੂੰ ਗੁਰੂ ਸਾਹਿਬ ਸਿੰਘ ਬਣਾ ਸਕਦਾ, ਉਹ ਤੁਸੀਂ ਭਾਗਾਂ ਵਾਲੇ ਕਿਉਂ ਨਹੀਂ ਬਣ ਸਕਦੇ? ਤੁਹਾਡੇ ਤੇ ਬਖਸ਼ਿਸ਼ ਕਿਉਂ ਨਹੀਂ ਹੋ ਸਕਦੀ? ਉਹ ਕਹਿੰਦੇ ਮੈਂ ਇਸ ਲਈ ਆਪਣੀ ਜੀਵਨੀ ਲਿਖੀ ਆ ਵੀ ਸੇਧ ਮਿਲੇ ਦੁਨੀਆ ਨੂੰ, ਸੋਝੀ ਆਏ ਵੀ ਮੇਰੇ ਵਰਗੇ ਬੰਦੇ ਕਿੱਥੋਂ ਚੱਕ ਕੇ ਗੁਰੂ ਪਾਤਸ਼ਾਹ ਕਿੱਥੇ ਲੈ ਗਏ। ਮੇਰੇ ਵਰਗੀਆਂ ਭਟਕੀਆਂ ਰੂਹਾਂ ਨੂੰ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਸਤਿਗੁਰੂ ਸੱਚੇ ਪਾਤਸ਼ਾਹ ਨੇ। ਔਰ ਇਹ ਉਹ ਕਿਰਦਾਰ ਹੈ ਜਿਹੜੇ ਸਾਡੇ ਟੁੱਟੇ ਮਨਾਂ ਨੂੰ, ਵਿਗੜੇ ਮਨਾਂ ਨੂੰ ਪ੍ਰੇਰਨਾ ਦਿੰਦੇ ਹੈ ਵੀ ਤੂੰ ਤਾਂ ਜੰਮਿਆ ਹੀ ਸਿੱਖਾਂ ਦੇ ਘਰ ਹੈ। ਹੁਣ ਜਦੋਂ ਸਿੱਖ ਦੇ ਹੱਥ 'ਚ, ਮੈਂ ਰਾਤ ਵੀ ਗੱਲ ਕਰਦਾ ਸੀ ਵੀ ਆਨੰਦ ਸਾਹਿਬ ਦਾ ਗੁਟਕਾ ਹੋਵੇ, ਸੁਖਮਣੀ ਸਾਹਿਬ ਦਾ ਗੁਟਕਾ ਹੋਵੇ, ਮੇਰੀ ਗੱਲ ਦਾ ਬੁਰਾ ਨਾ ਮੰਨਿਓ, ਗੁਰੂ ਦੀ ਗੋਦ 'ਚ ਬਹਿ ਕੇ ਮੈਂ ਕੌੜਾ ਸੱਚ ਕਹਿ ਰਿਹਾ। ਆਨੰਦ ਸਾਹਿਬ ਦਾ ਗੁਟਕਾ ਹੋਵੇ ਤੇ ਸਿੱਖ ਦੇ ਅੰਦਰ ਅਜੇ ਵੀ ਦੁਨੀਆ ਭਰ ਦੀਆਂ ਭੁੱਖਾਂ ਹੋਣ, ਤੇ ਆਨੰਦ ਸਾਹਿਬ ਦੀ ਰਚਨਾ ਕਰਨ ਵਾਲਾ ਬਾਪੂ ਲਿਖਦਾ ਹੋਏਗਾ, ਉਹ ਕਮਲਿਆ ਐਸੇ ਆਨੰਦ ਨੂੰ ਲੱਭਦੀ ਦੁਨੀਆ ਕਮਲੀ ਹੋਈ ਪਈ ਜਿਹਦਾ ਰੋਜ਼ ਪਾਠ ਕਰਦਾ। ਇਹਨੂੰ ਤਾਂ ਸ਼ਦਾਈ ਹਰ ਬੰਦਾ ਚਾਹੁੰਦਾ ਕੀ ਹੈ? ਬੇਹਿਆਸ਼ਾ ਪੈਸਾ ਕਮਾ ਕੇ, ਬੇਹਿਆਸ਼ੇ ਘਰ ਬਣਾ ਕੇ ਬੰਦਾ, ਹਰ ਬੰਦਾ ਕੀ ਚਾਹੁੰਦਾ? ਵੱਡੇ ਵੱਡੇ ਅਹੁਦਿਆਂ ਤੇ ਬੈਠੇ ਕੀ ਚਾਹੁੰਦੇ ਬੰਦੇ? ਵੱਡੇ ਵੱਡੇ ਅਹੁਦਿਆਂ ਨੂੰ ਪਾਉਣ ਵਾਲੇ ਬੰਦਿਆਂ ਅੰਦਰ ਵੀ ਇਹੀ ਚਾਹ ਵੀ ਇੱਥੇ ਪਹੁੰਚ ਜਾਈਏ ਸੁੱਖ ਮਿਲ ਜਾਏਗਾ, ਇੱਥੇ ਪਹੁੰਚ ਜਾਈਏ ਤਾਂ ਸੁੱਖ ਮਿਲ ਜਾਏਗਾ, ਇਸ ਚੀਜ਼ ਨੂੰ ਹੱਥ ਪੈ ਜਾਏ ਤਾਂ ਸੁੱਖ ਮਿਲ ਜਾਏਗਾ। ਤੇ ਜਿਸ ਸਿੱਖ ਦੇ ਹੱਥ 'ਚ ਆਨੰਦ ਸਾਹਿਬ ਦੀ ਬਾਣੀ ਹੈ, ਦੁਨੀਆ ਭਰ ਦੇ ਆਨੰਦ ਦਾ ਖਜ਼ਾਨਾ ਤੇਰੇ ਕੋਲ ਆ ਸਿੱਖਾ, ਹੋਰ ਤੈਨੂੰ ਕੀ ਚਾਹੀਦਾ? ਅਜੇ ਵੀ ਚਾਹੁੰਦਾ ਮੈਨੂੰ ਹੋਰ ਕੋਈ ਵੱਡੀ ਸ਼ੈ ਚਾਹੀਦੀ ਹੈ? ਮਾਇਆ ਗੁਜਰਾਨ ਔਰਤ ਮਾਣ ਪੁੱਤਰ ਨਿਸ਼ਾਨ ਹੀ ਗੁਰੂ ਦਾ ਸਿਧਾਂਤ ਹੈ। ਪਰ ਗੁਰੂ ਨੇ ਸਿੱਖ ਨੂੰ ਕਦੇ ਤ੍ਰਿਸ਼ਨਾਲੂ ਨਹੀਂ ਬਣਾਇਆ। ਤੇ ਯਕੀਨ ਮੰਨਿਓ, ਇਹ ਚੀਜ਼ਾਂ ਗੁਰੂ ਦੇ ਰਾਹ 'ਚ ਰੋੜਾ ਬਣਦੀਆਂ ਜਦੋਂ ਪ੍ਰੈਕਟੀਕਲ ਕਰਕੇ ਜੀਵਨ 'ਚ ਗੁਜ਼ਰੋਗੇ ਤੇ ਫਿਰ ਸਮਝ ਆਏਗੀ। ਇਹ ਚੀਜ਼ਾਂ ਜ਼ਰੂਰ ਰੋੜਾ ਬਣਦੀਆਂ ਜਦੋਂ ਬੰਦਾ ਮਦਹੋਸ਼ ਹੋ ਜਾਂਦਾ ਨੇ ਇਹਨਾਂ ਚੀਜ਼ਾਂ ਪਿੱਛੇ। ਹੁਣ ਹੱਥ 'ਚ ਸੁਖਮਣੀ ਸਾਹਿਬ ਦੀ ਬਾਣੀ ਹੋਵੇ, ਜਪਜੀ ਸਾਹਿਬ ਦਾ ਗੁਟਕਾ ਹੋਵੇ, ਤੂੰ ਇਹ ਅਰਦਾਸ ਕਰ ਵੀ ਪੜ੍ਹੀ ਸੁਣੀ ਬਾਣੀ, ਇਹਦਾ ਪਾਠ ਕੀਤਾ ਮੇਰੇ ਹਿਰਦੇ 'ਚ ਵਸ ਜਾਏ। ਇਦੋਂ ਉੱਪਰ ਕੁਛ ਨਹੀਂ ਹੈ ਸਤਿਗੁਰੂ, ਇਦੋਂ ਵੱਡਾ ਕੁਛ ਨਹੀਂ। ਵਾਹ ਵਾਹ ਬਾਣੀ ਨਿਰੰਕਾਰ ਹੈ। ਤੇ ਅੱਗੇ ਸ਼ਬਦ ਕਈ ਵਾਰ ਅਸੀਂ ਪਾਠ ਕਰਦੇ ਉਹਨੂੰ ਮਹਿਸੂਸ ਘੱਟ ਕਰਦੇ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵਡ ਅਵਰ ਨਾ ਕੋਏ, ਵੀ ਬਾਣੀ ਤੋਂ ਵੱਡਾ ਸੰਸਾਰ ਤੇ ਹੈ ਹੀ ਕੁਛ ਨਹੀਂ। ਤੇ ਰੋਜ਼ ਗੁਰੂ ਦੀ ਤਾਂ ਗੋਦ 'ਚ ਬਹਿਣਾ, ਰੋਜ਼ ਤਾਂ ਪਾਠ ਕਰਦਾ। ਤੇਰੀ ਵੇਦਨਾ ਨੂੰ ਗੁਰੂ ਸਮਝਣ ਵਾਲਾ ਹੈ, ਤੇਰੇ ਸਰੀਰਕ, ਤੇਰੇ ਆਤਮਕ ਤੇ ਤੇਰੇ ਫਾਈਨੈਂਸ਼ੀਅਲੀ ਦੁੱਖਾਂ ਨੂੰ ਉਹ ਦੂਰ ਕਰਨ ਵਾਲਾ ਹੈ। ਮਤਾ ਜਾਣੀ ਤੈਨੂੰ ਕੂਕਣ ਦੀ ਲੋੜ ਹੈ, ਰੌਲਾ ਪਾਉਣ ਦੀ ਲੋੜ ਹੈ। ਬਸ ਇਹ ਕਹਿ ਕੇ ਉਹਦੇ ਤੇ ਛੱਡ ਦੇਈਂ ਵੀ ਜੋ ਨਹੀਂ ਮਿਲ ਰਿਹਾ, ਹੋ ਸਕਦਾ ਮੈਂ ਉਹਦੇ ਜੋਗਾ ਨਹੀਂ, ਮੈਂ ਤੇਰੀ ਰਜਾ 'ਚ, ਤੇਰੇ ਭਾਣੇ 'ਚ ਤੇਰੇ ਹੁਕਮ ਨੂੰ ਮਿੱਠਾ ਕਰਕੇ ਮੰਨਦਾ। ਇੱਕ ਦੁਨਿਆਵੀ ਬਾਬ ਤੇ ਵੀ ਅਸੀਂ ਇਸ ਕਰਕੇ ਭਰੋਸਾ ਕਰ ਲੈਂਦੇ ਹਾਂ ਵੀ ਸਹੀ ਕਹਿੰਦਾ ਹੋਣਾ, ਹੋ ਸਕਦਾ ਸਾਡਾ ਨੁਕਸਾਨ ਹੋਵੇ। ਤੂੰ ਤਾਂ ਦੀਨ ਦੁਨੀ ਦਾ ਮਾਲਕ ਹੈ, ਤੂੰ ਤਾਂ ਪੂਰੇ ਜਗਤ ਦਾ, ਜੋ ਮੈਨੂੰ ਨਹੀਂ ਮਿਲਿਆ ਅਜੇ ਤੱਕ, ਜਿਹੜਾ ਮੈਂ ਤੇਰੇ ਦਰ ਆ ਕੇ ਮੰਗਦਾ, ਜੋ ਮੇਰੇ ਹਿੱਸੇ ਨਹੀਂ ਆਇਆ, ਹੋ ਸਕਦਾ ਅਜੇ ਮੇਰੀ ਔਕਾਤ ਹੀ ਨਾ ਹੋਵੇ, ਅਜੇ ਉਹ ਸੰਭਾਲਣ ਤੇ ਉਹਨਾਂ ਚੀਜ਼ਾਂ ਨੂੰ ਮੰਨਣ ਦੀ ਮੇਰੇ ਕੋਲੇ ਉਹ ਸਮਝ ਹੀ ਨਾ ਹੋਵੇ। ਇਸ ਕਰਕੇ ਤੂੰ ਤਾਂ ਲੇਟ ਕਰ ਰਿਹਾ। ਪਰ ਇੱਕ ਦਾਤਿਆ ਤੇਰੇ ਅੱਗੇ ਜੋਦੜੀ ਹੈ ਵੀ ਗੁਰਾ ਇੱਕ ਦੇ ਬਜਾਈ। ਰੋਜ਼ ਜਪਜੀ ਸਾਹਿਬ 'ਚ ਤੇਰੇ ਅੱਗੇ ਜੋਦੜੀ ਕਰਦੇ ਆ ਪਾਤਸ਼ਾਹ, ਗੁਰਾ ਇੱਕ ਦੇ ਬਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੇਰੀ ਆਨੰਦ ਬਾਣੀ ਦਾ ਪਾਠ ਕਰਦਿਆਂ ਸਿੱਖ ਆਨੰਦ 'ਚ ਚਲਾ ਜਾਏ। ਜਪ ਦੀ ਬਾਣੀ ਦਾ ਪਾਠ ਕਰਦਾ, ਉਹਦੇ ਅੰਦਰ ਜਪ ਦਾ ਸਿਧਾਂਤ ਟਿਕ ਜਾਏ।
ਸੁਖਮਨੀ ਸਾਹਿਬ ਨੂੰ ਰਾਧਦਾ ਹੋਇਆ ਉਹ ਸੁੱਖਾਂ ਦਾ ਮਾਲਕ ਬਣ ਜਾਏ। ਹੋਰ ਏਦੂ ਵੱਡੀ ਦਾਤ ਸਿੱਖ ਲਈ ਕੀ ਹੋ ਸਕਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਇੰਨੀ ਜ਼ਿੰਦਗੀ ਲੰਘ ਗਈ, ਬਹੁਤ ਜਨਮ ਭਰਮਤ ਤੈਂ ਹਾਰਿਓ, ਅਸਥਿਰ ਮਤ ਨਹੀਂ ਪਾਈ। ਹੁਣ ਵੇਲਾ ਹੈ ਪਿਆਰਿਆ, ਮਾਨਸ ਦੇਹ ਪਾਏ ਪਦ ਹਰ ਭਜ। ਮਨੁੱਖਾ ਸਰੀਰ ਮਿਲਿਆ, ਅਣ ਮੰਗਿਆ ਦਾਨ ਦੇਵਣਾ। ਸਹਿਜ ਪਾਠ ਕਰ ਰਹੇ ਸੀ, ਪੰਗਤੀ ਆਈ, ਅਣ ਮੰਗਿਆ ਦਾਨ ਦੇਵਣਾ। ਸਾਨੂੰ ਦੇਹ ਦਿੱਤੀ ਬਿਨਾਂ ਪੁੱਛਿਆ, ਸਾਨੂੰ ਆਕਸੀਜਨ ਦਿੰਦਾ ਬਿਨਾਂ ਪੁੱਛਿਆ। ਜੰਮਣ ਤੋਂ ਪਹਿਲਾਂ ਸਾਨੂੰ ਨਹੀਂ ਸੀ ਪਤਾ ਸਾਡੀ ਮਾਂ ਕੌਣ ਹੈ। ਉਹਨੇ ਪਹਿਲਾਂ ਮਾਂ ਪੈਦਾ ਕੀਤੀ ਤੇ ਮਾਂ 'ਚ ਮਮਤਾ ਪੈਦਾ ਕੀਤੀ। ਉਹਨੇ ਸਾਡੇ ਲਈ ਬਾਪ ਸਿਰਜਿਆ, ਧਰਤੀ ਸਿਰਜੀ। ਹਵਾ ਪਾਣੀ ਕਿੰਨੀਆਂ ਕੁਦਰਤ ਦੀਆਂ ਚੀਜ਼ਾਂ ਇਸ ਧਰਤੀ ਤੇ ਪੈਦਾ ਹੋਣ ਤੋਂ ਪਹਿਲਾਂ ਸੀ। 9 ਮਹੀਨੇ ਗੋਦ 'ਚ ਰੱਖਿਆ। ਬਾਣੀ ਨੇ ਆਖਿਆ, ਅਣ ਮੰਗਿਆ ਦਾਨ ਦੇਵਣਾ। ਕਮਲਿਆ, ਜਿਹੜੀਆਂ ਚੀਜ਼ਾਂ ਦੀ ਤੈਨੂੰ ਅਤਿਅੰਤ ਲੋੜ ਸੀ ਉਹਨੇ ਤੈਨੂੰ ਮੰਗਣ ਤੋਂ ਬਿਨਾਂ ਹੀ ਦੇਤੀਆਂ। ਤੇ ਕੀ ਤੇਰੀ ਜ਼ਿੰਦਗੀ 'ਚ ਹੋਰ ਚੀਜ਼ ਕਿਸੇ ਦੀ ਲੋੜ ਹੋਏਗੀ ਤੇ ਤੇਰਾ ਗੁਰੂ ਅਣਜਾਣ ਹੈ ਕਿਤੇ? ਉਹਨੂੰ ਨਹੀਂ ਪਤਾ ਵੀ ਮੇਰੇ ਪਿਆਰੇ ਨੂੰ ਰੋਟੀ ਚਾਹੀਦੀ ਹੈ, ਮੇਰੇ ਪਿਆਰੇ ਨੂੰ ਕੱਪੜਾ ਚਾਹੀਦਾ ਹੈ, ਮੇਰੇ ਪਿਆਰੇ ਨੂੰ ਮਕਾਨ ਚਾਹੀਦਾ ਹੈ। ਜੇ ਤੇਰੇ ਜੰਮਣ ਤੋਂ ਪਹਿਲਾਂ ਸਾਰੇ ਪ੍ਰਬੰਧ ਕਰ ਸਕਦਾ ਹੈ, ਜੇ ਅੱਜ ਭਰੋਸਾ ਰੱਖੇਗਾ ਅੱਜ ਪ੍ਰਬੰਧ ਕਿਉਂ ਨਹੀਂ ਹੋਏਗਾ? ਸਾਚੇ ਸਾਹਿਬਾ, ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾਵੇ, ਜਿਸ ਇੱਕ ਸਾਹ ਨੂੰ ਕਰੋੜਾਂ ਰੁਪਈਆ ਦੇ ਕੇ ਨਹੀਂ ਖਰੀਦਿਆ ਜਾ ਸਕਦਾ। ਤੂੰ ਜੰਮੇ ਤਾਂ ਕਿਉਂਕਿ ਤੇਰੇ 'ਚ ਸਾਹ ਸੀ। ਜਿਨ੍ਹਾਂ ਬੰਦਿਆਂ ਦੇ ਸਿਰ ਤੋਂ ਸਮੇਂ ਤੋਂ ਪਹਿਲਾਂ ਮਾਵਾਂ ਚਲੀਆਂ ਜਾਂਦੀਆਂ, ਬਾਪ ਚਲੇ ਜਾਂਦੇ ਆ, ਉਹਨਾਂ ਨੂੰ ਪੁੱਛਿਓ ਵੀ ਸਮੇਂ ਤੋਂ ਪਹਿਲਾਂ ਮਾਂ ਬਾਪ ਦਾ ਸਿਰ ਤੋਂ ਜਾਣਾ ਉਹਨਾਂ ਲਈ ਕਿੰਨਾ ਕਠਿਨ ਹੁੰਦਾ ਹੈ। ਤੇ ਜਦੋਂ ਸਾਡੇ ਕੋਲੇ ਮਾਂ ਹੁੰਦੀ, ਪਿਓ ਹੁੰਦਾ, ਮੈਂ ਸਾਰੇ ਸਰੀਰਾਂ ਬਾਰੇ ਇਹ ਗੱਲ ਨਹੀਂ ਕਰ ਰਿਹਾ। ਬਹੁਤੇ ਬੰਦੇ ਜਿਉਂਦੇ ਜਾਗਦੇ ਮਾਂ ਬਾਪ ਨੂੰ ਵੀ ਹੱਥੀ ਛਾਵਾਂ ਕਰਦੇ ਆ ਤੇ ਮਰਨ ਤੋਂ ਬਾਅਦ ਵੀ ਆਪਣੀਆਂ ਸੁਰਤੀਆਂ 'ਚੋਂ ਕਦੇ ਭੁਲਾ ਨਹੀਂ ਪਾਉਂਦੇ। ਪਰ ਜਦੋਂ ਕਈ ਵਾਰ ਜਿਉਂਦੇ ਹੁੰਦੇ ਅਸੀਂ ਨਹੀਂ ਉਨੀ ਕਦਰ ਕਰਦੇ ਜਿੰਨੀ ਮਰਨ ਤੋਂ ਬਾਅਦ ਕਰਦੇ ਆ। ਜਿਹੜੀ ਮਾਂ ਸਾਡੇ ਜੰਮਣ ਤੋਂ ਪਹਿਲਾਂ ਰੱਬ ਨੇ ਸਾਨੂੰ ਦਿੱਤੀ ਸੀ, ਸਾਨੂੰ ਉਹਦੇ ਜਾਣ ਤੋਂ ਬਾਅਦ ਪਤਾ ਲੱਗਿਆ ਵੀ ਬਿਨਾਂ ਮੰਗਿਆਂ ਦਿੱਤੀ ਹੋਈ ਇੰਨੀ ਵੱਡੀ ਦਾਤ ਦੀ ਸਾਡੀ ਜ਼ਿੰਦਗੀ 'ਚ ਕਿੰਨੀ ਅਹਿਮੀਅਤ ਸੀ। ਜੇ ਕੰਡਾ ਵੱਜਣਾ ਸੀ ਉਹਨੇ ਕੱਢਣਾ ਸੀ। ਸੰਸਾਰ ਦੇ ਵਿਖੜੇ ਪਿੰਡ ਤੇ ਤੁਹਾਡੇ ਬਾਪ ਤੋਂ ਬਿਨਾਂ ਤੁਹਾਨੂੰ ਕੋਈ ਤੁਰਨਾ ਨਹੀਂ ਸਿਖਾ ਸਕਦਾ। ਦੁਨੀਆ ਦੀ ਅੱਗ ਤੋਂ ਤੁਹਾਡਾ ਬਾਪ ਹੀ ਤੁਹਾਨੂੰ ਗਲਵੱਕੜੀ 'ਚ ਲੈ ਕੇ ਬਚਾ ਸਕਦਾ ਹੈ। ਇਹ ਬਾਪ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੈਦਾ ਕੀਤਾ ਹੈ। ਇਹ ਰਿਸ਼ਤੇ ਪਰਮੇਸ਼ਰ ਨੇ ਪੈਦਾ ਕੀਤੇ ਹੈ। ਤੇ ਮਹਾਰਾਜ ਨੇ ਆਖਿਆ, ਅਣ ਮੰਗਿਆ ਦਾਨ ਦੇਵਣਾ। ਤੈਨੂੰ ਦੇਹ ਦਿੱਤੀ, ਤੈਨੂੰ ਬਿਨਾਂ ਪੁੱਛਿਆ। ਤੇ ਜਿਹੜਾ ਸਰੀਰ ਦਿੱਤਾ ਉਹਦੀ ਅਰਾਧਨਾ ਕਰ, ਉਹਨੂੰ ਯਾਦ ਕਰ, ਹਰ ਭਜ, ਨਾਨਕ ਬਾਤ ਬਤਾਈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹੀ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ। ਇਹੀ ਇੱਕ ਸੱਚੇ ਤੇ ਸੁਹਿਰਦ ਸਿੱਖ ਨੂੰ ਸਿੱਖਿਆ ਹੈ। ਜਪਦਿਆਂ ਗਾਉਂਦਿਆਂ ਸਤ ਸੰਗਤ ਕਰਦਿਆਂ ਤੇਰੇ ਅੰਦਰੋਂ ਪਾਪਾਂ ਦੀ ਮੈਲ ਲੈ ਜਾਏ। ਆਪਣੇ ਵਿਰਸੇ ਨਾਲ ਜੁੜਿਆਂ, ਆਪਣੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਨਾਲ ਸੁਰਤੀਆਂ ਜੋੜਦਿਆਂ ਤੇਰਾ ਜੀਵਨ ਸੋਹਣਾ ਤੇ ਸਚਿਆਰਾ ਬਣ ਜਾਏ। ਧੰਨਵਾਦ ਸਾਰੀ ਸੰਗਤ ਦਾ। ਤੁਸੀਂ ਬੜੀ ਇਕਾਗਰਤਾ ਨਾਲ ਭਾਈ ਗੁਰਮਤਿ ਦੀਆਂ ਵਿਚਾਰਾਂ ਨੂੰ ਸਰਵਨ ਕੀਤਾ ਹੈ। ਸਾਰੀ ਸੰਗਤ ਦਾ ਇੱਕ ਇੱਕ ਕਦਮ ਸਿਰ ਮੱਥੇ, ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸ਼ੁਕਰਾਨਾ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਗੋਦ ਵਿੱਚ ਬੈਠ ਕੇ ਗੁਰਬਾਣੀ ਦੀ ਵਿਚਾਰ ਦਾ ਨਿੱਘ ਮਾਣਿਆ। ਅੰਤ ਵਿੱਚ ਬੜੇ ਪਿਆਰ ਸਤਿਕਾਰ ਨਾਲ ਸਾਰੀ ਸੰਗਤ ਗੱਜ ਕੇ ਆਖਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।